ਬਾਪ ਬੇਟਾ ਤ੍ਰਿਪਾਨਾ ਤੇ ਆਮੇਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪਰ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ, ਅੱਜ ਦੇ ਵਚਨ ਦਿੱਤੇ ਹਨ ਕਿ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਹਿਮਾ ਤੇ ਵਡਿਆਈ ਕਰੀਏ। ਸਭ ਭੈਣ ਭਰਾ ਮਿਲ ਕੇ ਪ੍ਰਭੂ ਦੇ ਪਵਿੱਤਰ ਚਰਨ ਚੜ੍ਹ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਅਕਲ ਬੁੱਧੀ ਗਿਆਨ ਦੇਵੇ, ਪਵਿੱਤਰ ਆਤਮਾ ਦਾ ਵਰਦਾਨ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਵਿੱਤਰ ਬਾਈਬਲ ਚੋਂ ਪੜ੍ਹਨਾ ਆਇਤਨਾਮਾ ਨਹਿਮੀਆ ਚੈਪਟਰ 8 1 ਤੋਂ 12 ਆਇਤਾਂ ਪੜ੍ਹਾਂਗੇ। ਨਹਿਮੀਆ ਚੈਪਟਰ 8 verses 1 till 12। Ezra renew the laws। ਅਜ਼ਰਾ ਦਾ ਵਿਵਸਥਾ ਦੀ ਪੋਥੀ ਨੂੰ ਲੋਕਾਂ ਸਾਹਮਣੇ ਪੜ੍ਹਨਾ। ਸੋ 7ਵੇਂ ਮਹੀਨੇ ਤੱਕ ਸਭ ਇਸਰਾਏਲੀ ਲੋਕ ਆਪਣੇ ਆਪਣੇ ਨਗਰ ਵਿੱਚ ਵਸ ਗਏ ਸਨ। ਤਦ ਉਹ ਲੋਕ 7ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਉਸ ਚੌਂਕ ਵਿੱਚ ਇਕੱਠੇ ਹੋਏ ਜੋ ਜਲ ਫਾਟਕ ਕੋਲ ਹੈ। ਫਿਰ ਉਹਨਾਂ ਨੇ ਪਰਮੇਸ਼ਰ ਤੋਂ ਮੂਸਾ ਦੁਆਰਾ ਮਿਲੀ ਵਿਵਸਥਾ ਦੇ ਗਿਆਨ ਦੀ ਅਰਥਾਤ ਵਿਵਸਥਾ ਦੀ ਪੋਥੀ ਅਜ਼ਰਾ ਨੂੰ ਲਿਆਉਣ ਲਈ ਕਿਹਾ। ਪੁਰੋਹਿਤ ਅਜ਼ਰਾ ਉਹਨਾਂ ਦੇ ਕਹੇ ਅਨੁਸਾਰ ਸਾਰੀ ਸੰਗਤ ਦੇ ਸਾਹਮਣੇ ਅਰਥਾਤ ਸਭ ਆਦਮੀ, ਔਰਤਾਂ ਅਤੇ ਬੱਚਿਆਂ ਜੋ ਵਿਵਸਥਾ ਦੀਆਂ ਗੱਲਾਂ ਸਮਝ ਸਕਦੇ ਸਨ, ਵਿਵਸਥਾ ਦੀ ਪੋਥੀ ਲੈ ਕੇ ਆਇਆ। ਉਸਨੇ ਚੌਂਕ ਦੇ ਵਿੱਚ ਫਾਟਕ ਵਿੱਚ ਖੜੇ ਹੋ ਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਵਿਵਸਥਾ ਦੀ ਪੋਥੀ ਉਹਨਾਂ ਸਭ ਦੇ ਅੱਗੇ ਪੜ੍ਹੀ। ਉਹਨਾਂ ਸਭ ਨੇ ਵਿਵਸਥਾ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ। ਪੁਰੋਹਿਤ ਅਜ਼ਰਾ ਉਸ ਸਮੇਂ ਲੱਕੜੀ ਦੇ ਤਖਤ ਪੋਸ਼ ਉੱਤੇ ਖੜਾ ਸੀ ਜੋ ਉਸ ਮੌਕੇ ਦੇ ਲਈ ਬਣਾਇਆ ਗਿਆ ਸੀ, ਅਤੇ ਉਸ ਦੇ ਸੱਜੇ ਪਾਸੇ ਇਹ ਆਦਮੀ ਖੜੇ ਸਨ: ਮਤੀਥਿਆ, ਸ਼ਮਿਆ, ਅਨਾਜਾ, ਉਰੀਆ, ਇਲਕੀਆ ਅਤੇ ਮਹਾਸਿਆ। ਉਸ ਦੇ ਖੱਬੇ ਪਾਸੇ ਇਹ ਆਦਮੀ ਖੜੇ ਸਨ: ਪਦਾਇਆ, ਮਿਸ਼ਾਇਲ, ਮਲਕਾਇਆ, ਹਾਸ਼ੂਮ, ਹਸ਼ਬੇਦਨਾ, ਜ਼ਕਰਿਆ ਅਤੇ ਮੁਸ਼ਲਾਮ। ਅਜ਼ਰਾ ਸਭ ਲੋਕਾਂ ਤੋਂ ਉੱਚੀ ਥਾਂ ਉੱਤੇ ਅਰਥਾਤ ਤਖਤ ਪੋਸ਼ ਉੱਤੇ ਖੜਾ ਸੀ ਅਤੇ ਸਭ ਲੋਕ ਉਸ ਨੂੰ ਦੇਖ ਸਕਦੇ ਸਨ। ਜਦੋਂ ਉਸਨੇ ਪੋਥੀ ਖੋਲ੍ਹੀ ਤਾਂ ਸਾਰੀ ਸੰਗਤ ਖੜੀ ਹੋ ਗਈ। ਤਦ ਅਜ਼ਰਾ ਨੇ ਕਿਹਾ, ਪ੍ਰਭੂ ਦੀ ਮਹਿਮਾ ਹੋਵੇ, ਉਹ ਮਹਾਨ ਹੈ। ਸਭ ਲੋਕਾਂ ਨੇ ਆਪਣੀਆਂ ਬਾਹਾਂ ਉੱਪਰ ਚੁੱਕਦੇ ਹੋਏ ਕਿਹਾ, ਆਮੇਨ, ਆਮੇਨ। ਫਿਰ ਉਹਨਾਂ ਨੇ ਧਰਤੀ ਉੱਤੇ ਨਿਉ ਕੇ ਪ੍ਰਭੂ ਦੀ ਉਪਾਸਨਾ ਕੀਤੀ। ਫਿਰ ਲੋਕ ਉੱਠ ਕੇ ਆਪਣੀ ਆਪਣੀ ਥਾਂ ਉੱਤੇ ਖੜੇ ਹੋ ਗਏ ਅਤੇ ਇਹਨਾਂ ਲੇਵੀਆਂ ਨੇ ਉਹਨਾਂ ਨੂੰ ਵਿਵਸਥਾ ਦਾ ਅਰਥ ਸਮਝਾਇਆ। ਯੋਸ਼ੂਆ, ਬਾਨੀ, ਸਿਰੋਪਤ, ਜ਼ਮੀਨ, ਅਕੂ, ਸ਼ਬਥਈ, ਹੋਦੀਆ, ਮਾਹਿਆ, ਕਲੀਟਾ, ਅਜ਼ਰਾਇਆ, ਜੋਜਾਬਾਦ, ਹਨਾਨ ਅਤੇ ਪਲਾਇਆ। ਉਹਨਾਂ ਨੇ ਵਿਵਸਥਾ ਨੂੰ ਬਹੁਤ ਸਾਫ਼ ਪੜ੍ਹਿਆ ਅਤੇ ਉਸ ਦਾ ਅਰਥ ਵੀ ਲੋਕਾਂ ਨੂੰ ਸਮਝਾਇਆ ਕਿ ਲੋਕ ਚੰਗੀ ਤਰ੍ਹਾਂ ਨਾਲ ਸਮਝ ਜਾਣ। ਜਦ ਲੋਕਾਂ ਨੇ ਵਿਵਸਥਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਰੋਣ ਲੱਗ ਪਏ। ਪਰ ਰਾਜਪਾਲ ਨਹਿਮੀਆ, ਪੁਰੋਹਿਤ ਅਜ਼ਰਾ ਅਤੇ ਲੇਵੀਆਂ ਨੇ ਲੋਕਾਂ ਨੂੰ ਕਿਹਾ, ਅੱਜ ਦਾ ਦਿਨ ਪਵਿੱਤਰ ਹੈ, ਇਸ ਲਈ ਤੁਸੀਂ ਆਪਣੇ ਘਰਾਂ ਜਾ ਕੇ ਖੁਸ਼ੀ ਮਨਾਓ। ਆਪਣਾ ਭੋਜਨ ਅਤੇ ਦਾਖਸਾਰ ਉਹਨਾਂ ਨਾਲ ਵੰਡ ਕੇ ਖਾਓ ਜਿਨ੍ਹਾਂ ਕੋਲ ਨਹੀਂ ਹੈ। ਅੱਜ ਦਾ ਦਿਨ ਪ੍ਰਭੂ ਲਈ ਪਵਿੱਤਰ ਹੈ, ਇਸ ਲਈ ਤੁਸੀਂ ਦੁਖੀ ਨਾ ਹੋਵੋ। ਪ੍ਰਭੂ ਆਪਣਾ ਜੋ ਆਨੰਦ ਤੁਹਾਨੂੰ ਦੇ ਰਿਹਾ ਹੈ, ਤੁਸੀਂ ਉਸ ਤੋਂ ਬਲ ਪ੍ਰਾਪਤ ਕਰੋ। ਲੇਵੀ ਲੋਕਾਂ ਨੇ ਵੀ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, ਸ਼ਾਂਤ ਰਹੋ ਅਤੇ ਸੋਗ ਨਾ ਕਰੋ, ਕਿਉਂਕਿ
ਇਹ ਦਿਨ ਪ੍ਰਭੂ ਲਈ ਪਵਿੱਤਰ ਹੈ। ਸੋ ਸਭ ਲੋਕ ਆਪਣੇ ਘਰੀਂ ਗਏ ਅਤੇ ਸਭ ਨੇ ਖੁਸ਼ੀ ਨਾਲ ਆਪਣਾ ਭੋਜਨ ਤੇ ਦਾਖਸਾਰ ਉਹਨਾਂ ਨਾਲ ਵੰਡ ਕੇ ਖਾਧਾ ਜਿਨ੍ਹਾਂ ਕੋਲ ਨਹੀਂ ਸੀ, ਕਿਉਂਕਿ ਵਿਵਸਥਾ ਦੀਆਂ ਉਹਨਾਂ ਗੱਲਾਂ ਨੂੰ ਸਮਝ ਗਏ ਸਨ ਜੋ ਉਹਨਾਂ ਸਾਹਮਣੇ ਪੜ੍ਹੀਆਂ ਗਈਆਂ ਸਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪਿਤਾ ਪਰਮੇਸ਼ਰ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਪ੍ਰਭੂ, ਅਜ਼ਰਾ 13 ਸਾਲ ਯਰੂਸ਼ਲਮ ਨਮਿਆਂ ਤੋਂ ਪਹਿਲਾਂ ਆਇਆ ਸੀ। ਨਮਿਆਂ ਯਹੂਦਾ ਦਾ ਰਾਜਪਾਲ ਸੀ ਤੇ ਅਜ਼ਰਾ ਪੁਰੋਹਿਤ ਸੀ। ਨਮਿਆਂ ਸ਼ਹਿਰ ਵਿੱਚ ਲੋਕਾਂ ਦੀ ਅਗਵਾਈ ਕਰ ਰਿਹਾ ਸੀ। ਸ਼ਹਿਰ ਦੇ ਇਰਦ ਗਿਰਦ ਜੋ ਦੁਬਾਰਾ ਕੰਧ ਬਣਾ ਰਹੇ ਸੀ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਤੇ ਅਜ਼ਰਾ ਇਸਰਾਏਲੀ ਲੋਕਾਂ ਦੀ ਰੂਹਾਨੀ ਤੌਰ 'ਤੇ ਅਗਵਾਈ ਕਰ ਰਿਹਾ ਸੀ ਤੇ ਧਾਰਮਿਕ ਲੀਡਰ ਸੀ। ਜਦੋਂ ਮੂਸਾ ਦੀ ਵਿਵਸਥਾ ਦੀ ਪੋਥੀ ਅਜ਼ਰਾ ਪੜ੍ਹਨ ਲੱਗਾ ਤੇ ਸਭ ਲੋਕ ਆਦਰ ਵਿੱਚ ਪ੍ਰਭੂ ਪਰਮੇਸ਼ਰ ਦੇ ਵਚਨ ਸੁਣਨ ਲਈ ਖੜੇ ਹੋ ਗਏ। ਉਹਨਾਂ ਦੇ ਜੀਵਨ ਬਦਲ ਗਿਆ। ਸਾਨੂੰ ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਪਵਿੱਤਰ ਆਤਮਾ ਨੂੰ ਪ੍ਰਸ਼ਨ ਅਤੇ ਉੱਤਰ ਸਮਝਣ ਵਿੱਚ ਮਦਦ ਪੁੱਛ ਲੈਣੀ ਚਾਹੀਦੀ ਹੈ। ਰਾਜਪਾਲ ਨਹਿਮੀਆ ਪਰਮੇਸ਼ਰ 'ਚ ਵਿਸ਼ਵਾਸ ਕਰਨ ਲੱਗਾ ਅਤੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਆਪਣੀ ਜ਼ਿੰਦਗੀ ਪਰਮੇਸ਼ਰ ਨੂੰ ਦੇ ਦਿੱਤੀ। ਅਸੀਂ ਵੀ ਪਰਮੇਸ਼ਰ ਦੀ ਬੁਲਾਵਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰਮੇਸ਼ਰ ਆਪਣਾ ਕੰਮ ਲੋਕਾਂ ਤੋਂ ਉਹਨਾਂ ਨੂੰ ਚੁਣ ਕੇ ਲੈਂਦਾ ਹੈ। ਲੋਕ ਰੋ ਪਏ ਸਨ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਵਚਨ, ਮੂਸਾ ਦੀ ਵਿਵਸਥਾ ਦੇ ਵਚਨ ਸੁਣੇ ਅਤੇ ਉਹਨਾਂ ਨੇ ਅਨੁਭਵ ਕੀਤਾ ਕਿ ਉਹ ਪ੍ਰਭੂ ਪਰਮੇਸ਼ਰ ਦੀ ਆਗਿਆ ਮੰਨਣ ਤੋਂ ਬਹੁਤ ਦੂਰ ਸਨ। ਪਰ ਅਜ਼ਰਾ ਨੇ ਉਹਨਾਂ ਨੂੰ ਦੱਸਿਆ, ਖੁਸ਼ ਹੋਵੋ, ਅੱਜ ਦਾ ਦਿਨ ਪਵਿੱਤਰ ਹੈ। ਉਹਨਾਂ ਨਾਲ ਭੋਜਨ ਮਿਲ ਕੇ ਖਾਓ ਜਿਨ੍ਹਾਂ ਦੇ ਕੋਲ ਨਹੀਂ ਹੈ। ਖੁਸ਼ੀ ਦੇ ਦਿਨ ਸਾਨੂੰ ਵੀ ਦੂਜੇ ਆਪਣੇ ਭੈਣ ਭਰਾਵਾਂ ਨਾਲ ਖੁਸ਼ੀ ਮਨਾਉਣੀ ਚਾਹੀਦੀ ਆ ਜਿਹੜੇ ਲੋੜਵੰਦ ਹਨ, ਗਰੀਬ ਹਨ। ਇਸ ਨਾਲ ਪਰਮੇਸ਼ਰ ਸਾਨੂੰ ਰੂਹਾਨੀ ਤੌਰ 'ਤੇ ਤਾਕਤ ਅਤੇ ਖੁਸ਼ੀ ਦੇਵੇਗਾ। ਸਾਨੂੰ ਪ੍ਰਭੂ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਕਰਨੀ ਹੈ। ਪ੍ਰਭੂ ਪਰਮੇਸ਼ਰ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗ ਰਾਜ ਦੇ ਭਾਗੀ ਬਣਾਵੇ। ਆਮੀਨ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ ਜਿੰਨੇ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਪਿਤਾ ਪਰਮੇਸ਼ਰ ਉਹਨਾਂ ਸਭ ਨੂੰ ਪਵਿੱਤਰ ਆਤਮਾ ਦਾ ਵਰਦਾਨ ਦੇਣਾ, ਪਵਿੱਤਰ ਆਤਮਾ ਦੀ ਸ਼ਕਤੀ ਦੇਣਾ ਕਿ ਤੇਰੇ ਵਚਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਮੇਰੇ ਭੈਣ ਭਰਾਵੋ, ਅੱਜ ਅਸੀਂ ਪੜ੍ਹਾਂਗੇ ਸੰਤ ਲੂਕਾ ਦੀ ਇੰਜੀਲ ਚੈਪਟਰ 10 1 ਤੋਂ 12 ਆਇਤਾਂ। ਸੰਤ ਲੂਕ ਚੈਪਟਰ 10 1 ਤੋਂ 12 ਆਇਤਾਂ। ਸੰਤ ਲੂਕ ਚੈਪਟਰ 10 verses 1 till 12. Jesus sends out 72 messengers, means disciples. ਪ੍ਰਭੂ ਯਿਸੂ 72 ਚੇਲਿਆਂ ਨੂੰ ਪ੍ਰਚਾਰ ਲਈ ਘੱਲਦੇ ਹਨ। ਇਸ ਦੇ ਪਿੱਛੋਂ ਪ੍ਰਭੂ ਯਿਸੂ ਨੇ ਹੋਰ 72 ਆਦਮੀਆਂ ਨੂੰ ਚੁਣਿਆ। ਫਿਰ ਉਹਨਾਂ ਸਾਰਿਆਂ ਨੂੰ ਪਿੰਡਾਂ ਦੇ ਸ਼ਹਿਰਾਂ ਜਿੱਥੇ ਪ੍ਰਭੂ ਯਿਸੂ ਆਪ ਜਾਣ ਵਾਲੇ ਸਨ, ਉਹਨਾਂ 72 ਨੂੰ 2-2 ਕਰਕੇ ਆਪਣੇ ਅੱਗੇ ਘੱਲਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਫਸਲ ਤਾਂ ਬਹੁਤ ਹੈ ਪਰ ਵਾਢੀ ਕਰਨ ਵਾਲੇ ਕਾਮੇ ਬਹੁਤ ਥੋੜ੍ਹੇ ਹਨ। ਇਸ ਲਈ ਫਸਲ ਦੇ ਮਾਲਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫਸਲ ਕੱਟਣ ਦੇ ਲਈ ਹੋਰ ਕਾਮੇ ਘੱਲੇ। ਜਾਓ, ਮੈਂ ਤੁਹਾਨੂੰ ਲੇਲਿਆਂ ਦੇ ਰੂਪ ਵਿੱਚ, ਬਘਿਆੜਾਂ ਦੇ ਰੂਪ ਵਿੱਚ ਘੱਲ ਰਿਹਾ ਹਾਂ। ਆਪਣੇ ਨਾਲ ਬਟੂਏ, ਝੋਲੀ, ਜੁੱਤੀ ਆਦਿ ਨਾ ਲੈਣਾ। ਰਾਹ ਵਿੱਚ ਕਿਸੇ ਨੂੰ ਨਮਸਤੇ ਨਾ ਕਹਿਣਾ। ਜਦੋਂ ਤੁਸੀਂ ਕਿਸੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਹਿਣਾ ਕਿ ਇਸ ਘਰ ਦੇ ਲੋਕਾਂ ਨੂੰ ਸ਼ਾਂਤੀ ਮਿਲੇ। ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹੁਣ ਵਾਲੇ ਲੋਕੀ ਰਹਿੰਦੇ ਹੋਣਗੇ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਉਸ ਘਰ ਵਾਸਤੇ ਫਲਦਾਰ ਹੋਵੇਗੀ। ਪਰ ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹਣ ਵਾਲੇ ਨਹੀਂ ਹੋਣਗੇ ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਮੁੜ ਆਵੇਗੀ। ਉਸ ਘਰ ਵਿੱਚ ਠਹਿਰਨਾ ਜੋ ਕੁਝ ਉਹ ਖਾਣ ਪੀਣ ਵਾਸਤੇ ਦੇਣ,
ਉਹੀ ਖਾਣਾ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ ਘਰ ਨਾ ਫਿਰਨਾ। ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉਸ ਨਗਰ ਦੇ ਲੋਕੀ ਤੁਹਾਡਾ ਸਵਾਗਤ ਕਰਨ ਤਾਂ ਜੋ ਕੁਝ ਉਹ ਤੁਹਾਡੇ ਅੱਗੇ ਖਾਣ ਲਈ ਰੱਖਣ ਉਹੀ ਖਾਓ। ਉਸ ਨਗਰ ਦੇ ਬਿਮਾਰਾਂ ਨੂੰ ਠੀਕ ਕਰਨਾ। ਉੱਥੋਂ ਦੇ ਰਹਿਣ ਵਾਲਿਆਂ ਨੂੰ ਕਹਿਣਾ ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ। ਪਰ ਜੇਕਰ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉੱਥੇ ਦੇ ਲੋਕ ਤੁਹਾਡਾ ਸਵਾਗਤ ਨਾ ਕਰਨ ਤਾਂ ਉਸ ਨਗਰ ਦੀਆਂ ਗਲੀਆਂ ਤੋਂ ਬਾਹਰ ਆ ਕੇ ਕਹਿਣਾ ਤੁਹਾਡੇ ਨਗਰ ਦਾ ਘੱਟਾ ਵੀ ਜੋ ਸਾਡੇ ਪੈਰਾਂ ਨੂੰ ਲੱਗ ਗਿਆ ਹੈ ਅਸੀਂ ਤੁਹਾਡੇ ਸਾਹਮਣੇ ਝਾੜਦੇ ਹਾਂ। ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਰ ਨਿਆਂ ਵਾਲੇ ਦਿਨ ਉਸ ਨਗਰ ਦੀ ਬਜਾਏ ਸਦੋਮ ਨਗਰ ਉੱਤੇ ਬਹੁਤੀ ਦਇਆ ਕਰੇਗਾ। ਆਮੀਨ। ਇਹ ਪ੍ਰਭੂ ਦਾ ਬਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਪ੍ਰਭੂ ਅੱਜ ਦੀ ਰੀਡਿੰਗ ਜੋ ਪੁਰਾਣੇ ਯਤਨਾਂ ਵਿੱਚ ਪੜ੍ਹੀ ਹੈ, ਇੰਜੀਲ ਪੜ੍ਹੀ ਹੈ, ਬਹੁਤ ਲੰਬੀ ਰੀਡਿੰਗ ਹੈ। ਅਸੀਂ ਅੰਤ ਵਿੱਚ ਪ੍ਰਾਰਥਨਾ ਕਰਾਂਗੇ, ਛੋਟ ਪ੍ਰਾਰਥਨਾ ਕਰਾਂਗੇ। ਕੱਲ੍ਹ ਨੂੰ ਅਸੀਂ ਸਭ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਾਂਗੇ। ਅੱਜ ਅਸੀਂ ਜੋ ਵੀ ਰੀਡਿੰਗ ਕਰ ਰਹੇ ਹਾਂ ਬਹੁਤ ਲੰਬੀ ਰੀਡਿੰਗ ਹੈ, ਟਾਈਮ ਬਹੁਤ ਲੱਗ ਜਾਏਗਾ, 20-22 ਮਿੰਟ ਹੋ ਜਾਣਗੇ ਅਤੇ ਜ਼ਿਆਦਾ ਅਸੀਂ ਸਮਾਂ ਨਹੀਂ ਲੈਣਾ ਚਾਹੁੰਦੇ। ਮੇਰੇ ਭੈਣ ਭਰਾ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਪ੍ਰਭੂ ਯਿਸੂ ਨੇ 12 ਚੇਲਿਆਂ ਤੋਂ ਇਲਾਵਾ ਹੋਰ 72 ਚੇਲਿਆਂ ਨੂੰ ਚੁਣ ਕੇ ਇੱਕ ਗਰੁੱਪ ਦੇ ਤੌਰ 'ਤੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਲਈ ਤਿਆਰ ਕੀਤਾ, ਜਿੱਥੇ ਉਸਨੇ ਆਪ ਜਾਣਾ ਸੀ। ਇਹ ਚੇਲੇ ਕੋਈ ਚੰਗੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਅਤੇ ਨਾ ਹੀ ਉਹ ਪ੍ਰਭੂ ਯਿਸੂ ਦੇ ਦੂਜੇ 12 ਚੇਲੇ ਨਾਲੋਂ ਉੱਚੀ ਪਦਵੀ ਵਾਲੇ, ਹਾਇਰ ਸਟੇਟਸ ਵਾਲੇ ਸਨ। ਪ੍ਰਭੂ ਯਿਸੂ ਨੇ ਆਪਣੀ ਸ਼ਕਤੀ ਦੇ ਕੇ ਉਹਨਾਂ ਨੂੰ ਸਾਰਿਆਂ ਲੋਕਾਂ ਤੱਕ ਪਹੁੰਚਣ ਲਈ ਤਿਆਰ ਕੀਤਾ। ਮੇਰੇ ਭੈਣ ਭਰਾਵੋ, ਸਾਨੂੰ ਆਪਣੀਆਂ ਯੋਗਤਾਵਾਂ, ਸਕਿੱਲਸ ਪਰਮੇਸ਼ਰ ਦੇ ਰਾਜ ਨੂੰ ਸਮਰਪਿਤ ਕਰਨਾ ਜ਼ਰੂਰੀ ਹੈ, ਪਰ ਸਾਨੂੰ ਪਰਮੇਸ਼ਰ ਦੀ ਸ਼ਕਤੀ ਨਾਲ ਤਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ ਅਤੇ ਸਾਡੇ ਕੋਲ ਇੱਕ ਸਾਫ਼ ਵਿਜ਼ਨ, ਦਰਸ਼ਨ ਹੋਵੇ ਕਿ ਪਰਮੇਸ਼ਰ ਸਾਨੂੰ ਕੀ ਕਰਨ ਲਈ ਕਹਿ ਰਿਹਾ ਹੈ। ਮਸੀਹੀ ਸੇਵਾ ਕੋਲ ਬੇਰੁਜ਼ਗਾਰੀ ਨਹੀਂ ਹੈ। ਪ੍ਰਭੂ ਪਰਮੇਸ਼ਰ ਕੋਲ ਹਰ ਇੱਕ ਲਈ ਬਹੁਤ ਕੰਮ ਹੈ। ਪ੍ਰਭੂ ਯਿਸੂ ਨੇ ਚੇਲਿਆਂ ਨੂੰ ਕੇਵਲ ਕੰਮ ਕਰਨ ਲਈ ਨਹੀਂ ਹੌਸਲਾ ਦਿੱਤਾ, ਸਗੋਂ ਉਹਨਾਂ ਨੂੰ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਵੀ ਕਿਹਾ ਹੈ। ਹਰ ਵਿਸ਼ਵਾਸੀ ਚੇਲੇ ਦੀ ਇਹ ਜੌਬ ਹੈ, ਇਹ ਕੰਮ ਹੈ, ਜ਼ਿੰਮੇਵਾਰੀ ਹੈ ਕਿ ਉਹ ਨਵੇਂ ਵਿਸ਼ਵਾਸੀ ਲੋਕਾਂ ਲਈ ਜੋ ਪ੍ਰਭੂ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਜੋ ਪਰਮੇਸ਼ਰ ਤੋਂ ਦੂਰ ਹਨ, ਉਹਨਾਂ ਲਈ ਪ੍ਰਾਰਥਨਾ ਕਰਨ, ਉਹਨਾਂ ਦੀ ਮਦਦ ਕਰਨ। ਜੋ ਵੀ ਸਾਡਾ ਪ੍ਰਭੂ ਪਰਮੇਸ਼ਰ ਦੇ ਕੰਮ ਵਿੱਚ ਹਿੱਸਾ ਹੈ, ਰੋਲ ਹੈ, ਜਾਂ ਆਪਣੇ ਗਿਫਟ ਅਨੁਸਾਰ, ਆਪਣੇ ਵਰਦਾਨ ਦੇ ਅਨੁਸਾਰ ਪ੍ਰਭੂ ਦਾ ਕੰਮ ਕਰਨਾ ਹੈ। ਅੱਜ ਹੀ ਹੋਰ ਜ਼ਿਆਦਾ ਮਦਦਗਾਰਾਂ ਲਈ, ਪ੍ਰਭੂ ਦਾ ਕੰਮ ਕਰਨ ਵਾਲਿਆਂ ਲਈ ਪ੍ਰਾਰਥਨਾ ਕਰਨੀ ਹੈ। ਪ੍ਰਭੂ ਦੇ ਅੱਗੇ ਪ੍ਰਭੂ ਦੇ ਕੰਮ ਕਰਨ ਵਾਲਿਆਂ ਵਾਸਤੇ ਦੁਆ ਕਰਨੀ ਹੈ, ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਪਰਮੇਸ਼ਰ ਹੋਰ ਜ਼ਿਆਦਾ ਲੋਕ ਤਿਆਰ ਕਰੇ, ਕਿਉਂਕਿ ਇਹ ਸੰਸਾਰ ਬਹੁਤ ਵੱਡਾ ਹੈ। ਇਸ ਸੰਸਾਰ ਵਿੱਚ ਬਹੁਤ ਲੋਕ ਪਰਮੇਸ਼ਰ ਦੇ ਵਚਨ ਤੋਂ ਦੂਰ ਹਨ। ਪਰਮੇਸ਼ਰ ਦਾ ਵਚਨ ਸੁਣਾਉਣ ਲਈ ਬਹੁਤ ਕਾਮੇ ਚਾਹੀਦੇ ਹਨ, ਬਹੁਤ ਪਰਮੇਸ਼ਰ ਦਾ ਕੰਮ ਕਰਨ ਵਾਲੇ ਚਾਹੀਦੇ ਹਨ, ਮਦਦਗਾਰ ਚਾਹੀਦੇ ਹਨ। ਸੋ ਇਸ ਲਈ ਪ੍ਰਭੂ ਕਹਿੰਦੇ ਆ, ਫਸਲ ਦੇ ਮਾਲਿਕ ਪਰਮੇਸ਼ਰ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਕਿ ਪਰਮੇਸ਼ਰ ਹੋਰ ਜ਼ਿਆਦਾ ਲੋਕਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਦੂਸਰੇ ਹੋਰ ਲੋਕਾਂ ਨੂੰ ਪਰਮੇਸ਼ਰ ਵੱਲ ਖਿੱਚ ਕੇ ਲੈ ਕੇ ਆਉਣ। ਪਰਮੇਸ਼ਰ ਸਾਨੂੰ ਇਕੱਲਿਆਂ ਨਹੀਂ ਚਾਹੁੰਦਾ, ਸਗੋਂ ਦੂਜੇ ਭੈਣ ਭਰਾਵਾਂ ਨੂੰ ਮਿਲਾ ਕੇ ਪ੍ਰਾਰਥਨਾ ਕਰਨ ਲਈ ਚਾਹੁੰਦਾ ਹੈ ਕਿ ਅਸੀਂ ਮਿਲ ਕੇ ਪ੍ਰਭੂ ਯਿਸੂ ਦੀ ਸੇਵਾ ਕਰ ਸਕੀਏ। ਉਹ ਸਵਰਗ ਰਾਜ ਦਾ ਸਵਾਗਤ ਸਥਾਪਨਾ ਕਰਨ ਵਿੱਚ ਪ੍ਰਭੂ ਦਾ ਕੰਮ ਕਰੀਏ। ਸਵਰਗੀ ਰਾਜ ਸਥਾਪਿਤ ਕਰਨ ਵਿੱਚ ਪਰਮੇਸ਼ਰ ਦੀ ਸਹਾਇਤਾ ਕਰੀਏ, ਮਦਦ ਕਰੀਏ, ਸੇਵਾ ਕਰੀਏ, ਉਸ ਦੀ ਮਹਿਮਾ ਤੇ ਵਡਿਆਈ ਕਰੀਏ। ਪ੍ਰਭੂ ਪਰਮੇਸ਼ਰ ਖੁਦ ਆਪ ਇੱਕ ਖਾਸ ਜ਼ਿੰਮੇਵਾਰੀ ਦਾ ਕੰਮ ਨਿਭਾਉਣ ਲਈ ਪਵਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰੇਗਾ।
ਪਰ ਪ੍ਰਾਰਥਨਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਜਿਸ ਤਰ੍ਹਾਂ ਪ੍ਰਭੂ ਨੇ 72 ਚੇਲਿਆਂ ਨੂੰ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਭੇਜਿਆ ਸੀ, ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਲੇਲਿਆਂ ਦੇ ਰੂਪ ਵਿੱਚ ਬਘਿਆੜਾਂ ਵਿਚਕਾਰ ਭੇਜਿਆ ਸੀ। ਉਹਨਾਂ ਨੂੰ ਸਾਵਧਾਨ ਰਹਿਣਾ ਪੈਣਾ ਸੀ, ਕਿਉਂਕਿ ਉਹਨਾਂ ਨੇ ਵਿਰੋਧ ਕਰਨ ਵਾਲਿਆਂ ਨਾਲ ਵੀ ਸਾਹਮਣਾ ਕਰਨਾ ਸੀ। ਅਸੀਂ ਸਭ ਜੋ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹਾਂ, ਪ੍ਰਭੂ ਦਾ ਕੰਮ ਕਰਦੇ ਹਾਂ, ਸੰਸਾਰ ਵਿੱਚ ਲੇਲਿਆਂ ਦੇ ਰੂਪ ਵਿੱਚ ਬਘਿਆੜਾਂ ਵਿਚਕਾਰ ਭੇਜੇ ਗਏ ਹਾਂ। ਸਾਨੂੰ ਸਾਵਧਾਨ ਰਹਿਣਾ ਹੈ, ਆਪਣੇ ਵਿਰੋਧੀ ਦਾ ਗੁੱਸੇ ਨਾਲ ਸਾਹਮਣਾ ਨਹੀਂ ਕਰਨਾ। ਜੋ ਵਿਸ਼ਵਾਸ ਨਹੀਂ ਕਰਦੇ, ਸਗੋਂ ਉਹਨਾਂ ਨਾਲ ਪਿਆਰ ਤੇ ਨਿਮਰਤਾ ਨਾਲ ਪੇਸ਼ ਹੋਣਾ ਹੈ। ਪਰ ਯਿਸੂ ਆਪਣੇ ਚੇਲਿਆਂ ਨੂੰ ਇੱਕ ਘਰ ਵਿੱਚ ਹੀ ਠਹਿਰਨ ਦੀ ਹਦਾਇਤ ਦਿੰਦੇ ਹਨ। ਘਰ ਤੋਂ ਘਰ ਜਾਣਾ ਚੇਲਿਆਂ ਤੇ ਪਰਿਵਾਰਾਂ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਉਹ ਇੱਕ ਘਰ ਵਿੱਚ ਠਹਿਰ ਕੇ ਪ੍ਰਭੂ ਪਰਮੇਸ਼ਰ ਦਾ ਕੰਮ ਸਭ ਲੋਕਾਂ ਲਈ ਕਰ ਸਕਦੇ ਹਨ। ਜੇਕਰ ਚੇਲਿਆਂ ਦਾ ਪਰਮੇਸ਼ਰ ਲਈ ਕੰਮ ਕਰਦੇ ਸਮੇਂ ਸਵਾਗਤ ਨਹੀਂ ਹੁੰਦਾ, ਜਾਂ ਸ਼ਹਿਰ ਦੇ ਲੋਕ ਚੇਲਿਆਂ ਨੂੰ ਜਾਂ ਯਿਸੂ ਮਸੀਹ ਨੂੰ ਸਵੀਕਾਰ ਨਹੀਂ ਕਰਦੇ, ਤਾਂ ਚੇਲਿਆਂ ਨੂੰ ਦੱਸਿਆ ਗਿਆ ਸੀ ਕਿ ਤੁਸੀਂ ਸ਼ਹਿਰ ਤੋਂ ਬਾਹਰ ਨਿਕਲਦੇ ਸਮੇਂ ਲੋਕਾਂ ਦੇ ਸਾਹਮਣੇ ਆਪਣੇ ਪੈਰਾਂ ਦਾ ਕੱਟਾ ਝਾੜ ਦੇਣਾ, ਕਿਉਂਕਿ ਉਹਨਾਂ ਨੇ ਪ੍ਰਭੂ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਨਫ਼ਰਤ ਕੀਤਾ ਹੈ, ਸਵਾਗਤ ਨਹੀਂ ਕੀਤਾ, ਸਵੀਕਾਰ ਨਹੀਂ ਕੀਤਾ। ਪਰਮੇਸ਼ਰ ਆਪ ਉਹਨਾਂ ਨੂੰ ਇਸ ਦੇ ਲਈ ਦੋਸ਼ੀ ਠਹਿਰਾਏਗਾ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਆਪਣੀ ਪਰਾਹੁਣਚਾਰੀ ਨੂੰ ਮਿਹਰਬਾਨੀ ਨਾਲ ਸਵੀਕਾਰ ਕਰਨਾ ਹੈ, ਕਿਉਂਕਿ ਚੇਲਿਆਂ ਦਾ ਕੰਮ ਇਸ ਸੰਬੰਧ ਸੀ। ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਉਣ ਵਾਲੇ ਮਦਦ ਲੈਣ ਦੇ ਹੱਕਦਾਰ ਹੁੰਦੇ ਹਨ, ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਕੁਝ ਉਹਨਾਂ ਨੂੰ ਚਾਹੀਦਾ ਹੈ, ਜੋ ਕੁਝ ਉਹਨਾਂ ਦੀਆਂ ਲੋੜਾਂ ਹਨ, ਉਹਨਾਂ ਨੂੰ ਪੂਰੀਆਂ ਕਰਨਾ ਹੈ। ਜਿਸ ਤਰ੍ਹਾਂ ਚਰਚ ਵਿੱਚ ਵੀ ਅਸੀਂ ਕਈ ਤਰੀਕਿਆਂ ਨਾਲ ਉਹਨਾਂ ਦੀ ਮਦਦ ਕਰ ਸਕਦੇ ਹਾਂ, ਉਸ ਨੂੰ ਹੌਸਲਾ ਦੇ ਸਕਦੇ ਹਾਂ। ਖਾਸ ਸਮਿਆਂ ਦੇ ਉਹਨਾਂ ਨੂੰ ਕੋਈ ਦਾਨ ਦੇ ਤੌਰ 'ਤੇ ਤੋਹਫਾ ਲੈ ਕੇ ਦੇ ਸਕਦੇ ਹਾਂ, ਕਿਉਂਕਿ ਉਹ ਪ੍ਰਭੂ ਪਰਮੇਸ਼ਰ ਦਾ ਕੰਮ ਕਰਦੇ ਹਨ। ਉਹਨਾਂ ਦਾ ਧੰਨਵਾਦ ਕਰਨਾ ਹੈ, ਉਹਨਾਂ ਨੂੰ ਖੁਸ਼ ਰੱਖਣਾ ਹੈ, ਸਾਡਾ ਵਿਸ਼ਵਾਸੀਆਂ ਦਾ ਫਰਜ਼ ਬਣਦਾ ਹੈ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਦੋ ਰੂਲਸ ਦਿੱਤੇ ਜਦੋਂ ਉਹ ਯਾਤਰਾ ਕਰਦੇ ਸਨ। ਪਹਿਲਾਂ ਜੋ ਕੁਝ ਘਰ ਵਾਲੇ ਖਾਣ ਨੂੰ ਦੇਣ, ਉਹ ਹੀ ਸਵੀਕਾਰ ਕਰਨਾ ਹੈ, ਆਪਣੀ ਮਨਪਸੰਦ ਦਾ ਖਾਣਾ ਜਾਂ ਭੋਜਨ ਨਹੀਂ ਖਾਣਾ। ਦੂਸਰਾ, ਬਿਮਾਰਾਂ ਨੂੰ ਠੀਕ ਕਰਨਾ, ਪ੍ਰਾਰਥਨਾ ਕਰਨੀ ਉਹਨਾਂ ਲਈ, ਕਿਉਂਕਿ ਚੰਗਿਆਈ ਦੇ ਕਾਰਨ ਲੋਕ ਆਪਣੇ ਦਿਲੋਂ ਪਰਮੇਸ਼ਰ ਦਾ ਵਚਨ ਸੁਣਨ ਲਈ ਚਾਹਵਾਨ ਬਣ ਗਏ। ਬਿਮਾਰ ਆਦਮੀ ਪ੍ਰਭੂ ਯਿਸੂ ਜਦੋਂ ਚੰਗਾ ਕਰਦਾ ਹੈ, ਉਸ ਦਾ ਹੋਰ ਪਰਮੇਸ਼ਰ 'ਚ ਵਿਸ਼ਵਾਸ ਵੱਧਦਾ ਹੈ, ਹੋਰ ਜ਼ਿਆਦਾ ਪ੍ਰਭੂ ਦਾ ਸੰਦੇਸ਼ ਸੁਣਨ ਵਿੱਚ ਦਿਲਚਸਪੀ ਲੈਂਦਾ ਹੈ। ਸੋ ਮੇਰੇ ਭੈਣ ਪ੍ਰਭੂ, ਸਦੋਮ ਸ਼ਹਿਰ ਦੇ ਲੋਕ ਬਹੁਤ ਪਾਪੀ ਤੇ ਗੁਨਾਹਗਾਰ ਸਨ। ਪਰਮੇਸ਼ਰ ਨੇ ਉਸ ਸ਼ਹਿਰ ਨੂੰ ਨਸ਼ਟ ਕਰ ਦਿੱਤਾ ਸੀ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਜੈਨੇਸਿਸ ਚੈਪਟਰ 19 ਵਰਸਸ 24 till 28, ਉਤਪਤ ਦਾ ਗ੍ਰੰਥ ਚੈਪਟਰ 19 24 ਤੋਂ 28 ਤਾਂ। ਇਸ ਸ਼ਹਿਰ ਦਾ ਨਾਮ ਬਹੁਤ ਭੈੜਾ ਅਤੇ ਅਨੈਤਿਕ ਦੇ ਕਾਰਨ ਪ੍ਰਤੀਕ ਹੁੰਦਾ ਹੈ, ਐਕਸਪਲੇਨ ਕੀਤਾ ਜਾਂਦਾ ਹੈ। ਸਦੋਮ ਨਿਆਂ ਵਾਲੇ ਦਿਨ ਦੁੱਖ ਸਹੇਗਾ, ਪਰ ਉਹ ਸ਼ਹਿਰਾਂ ਦੇ ਲੋਕ ਜਿਨ੍ਹਾਂ ਨੇ ਮਸੀਹ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਪਰ ਸਵੀਕਾਰ ਕਰਨ ਤੋਂ ਇਨਕਾਰ ਕੀਤਾ, ਉਹ ਲੋਕ ਸਦੋਮ ਸ਼ਹਿਰ ਦੇ ਲੋਕਾਂ ਨਾਲੋਂ ਜ਼ਿਆਦਾ ਦੁੱਖ ਭੋਗਣਗੇ, ਕਿਉਂਕਿ ਸਦੋਮ ਦੇ ਸ਼ਹਿਰ ਦੇ ਲੋਕਾਂ ਨੇ ਪ੍ਰਭੂ ਯਿਸੂ ਦਾ ਪ੍ਰਚਾਰ ਨਹੀਂ ਸੁਣਿਆ, ਪ੍ਰਭੂ ਯਿਸੂ ਨੂੰ ਦੇਖਿਆ ਨਹੀਂ। ਪ੍ਰਭੂ ਪਰਮੇਸ਼ਰ ਉਹਨਾਂ ਉੱਪਰ ਜ਼ਿਆਦਾ ਦਇਆ ਕਰੇਗਾ, ਜਿਹੜੇ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਵਿਸ਼ਵਾਸ ਕਰਦੇ ਹਨ। ਪ੍ਰਭੂ ਉਹਨਾਂ ਨੂੰ ਮਾਫ ਕਰਕੇ ਅਨੰਤ ਜੀਵਨ ਦੇਵੇਗਾ। ਸੋ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ, ਪਰਮੇਸ਼ਰ ਦਾ ਵਚਨ ਪੜ੍ਹਦੇ ਰਹੋ, ਸੁਣਦੇ ਰਹੋ। ਅਗਾਂਹ ਆਪਣੇ ਹੋਰ ਦੂਸਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਵੀ ਪ੍ਰਭੂ ਦਾ ਨਾਮ ਸੁਣਾਓ, ਪਰਮੇਸ਼ਰ ਦਾ ਵਚਨ ਸੁਣਾਓ, ਤਾਂ ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਪ੍ਰਭੂ ਜੀ ਅੱਜ ਦੇ ਵਚਨਾਂ ਦੇ ਪ੍ਰਭੂ ਜੀ। ਜਿੰਨੇ ਵੀ ਸਾਡੇ ਭੈਣ ਭਰਾ ਆਪਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਦੁਆਵਾਂ ਕਰਦੇ, ਬੇਨਤੀ ਕਰਦੇ ਪ੍ਰਭੂ ਜੀ, ਪਲੀਜ਼ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਪਿਤਰ ਆਤਮਾ ਪ੍ਰਦਾਨ ਦੇਣਾ। ਥੈਂਕ ਯੂ ਜੀਸਸ, ਹਾਲੇਲੂਇਆ।
ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਪ੍ਰਭੂ ਜੀ। ਪ੍ਰਭੂ ਦੀ ਸਕਾਈ ਪ੍ਰਾਰਥਨਾ, ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ ਤੇ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਜਲਾ ਸਦਾ ਤਾਂ ਹਮੇਸ਼ਾ ਆਉਂਦੇ ਹਨ। ਆਮੀਨ। ਮਾਂ ਮਰੀਅਮ ਪ੍ਰਭੂ ਯਿਸੂ ਦੀ ਮਾਂ, ਸਾਡੀ ਮਾਂ, ਸੰਤ ਮਾਂ ਟਰੀਜ਼ਾ, ਸੰਤ ਜੋਸਫ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਫਾਇਲ, ਸੰਤ ਜੈਰੋਮ, ਜਿਸ ਦੀ ਅੱਜ ਫੀਸਟ ਹੈ, ਅਸੀਂ ਸਾਰੇ ਸੰਤਾਂ ਦੇ ਫਰਿਸ਼ਤਿਆਂ ਨੂੰ ਸਪਰਸ਼ ਕਰਦੇ ਹਾਂ, ਕਿਉਂਕਿ ਸਭ ਸਵਰਗਾਂ 'ਚ ਹਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦਾ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ। ਜਿੰਨੇ ਵੀ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਬਿਸ਼ਪ, ਫਾਦਰ ਲੋਕ, ਪਾਸਟਰ ਲੋਕ, ਸਿਸਟਰਸ, ਚਰਚਾਂ ਦੇ ਲੀਡਰ ਜੋ ਪ੍ਰਭੂ ਦਾ ਵਚਨ ਪੜ੍ਹ ਕੇ ਸੁਣਾਉਂਦੇ ਹਨ, ਪ੍ਰਭੂ ਦਾ ਨਾਮ ਉੱਚਾ ਕਰਦੇ ਹਨ, ਉਹਨਾਂ ਸਭ ਲਈ ਦੁਆ ਕਰੋ, ਪ੍ਰਾਰਥਨਾ ਕਰੋ ਕਿ ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰ ਦਇਆ ਕਰੇ, ਹਰ ਬਿਮਾਰੀ ਤੋਂ ਉਹਨਾਂ ਬਚਾ ਕੇ ਰੱਖੇ ਔਰ ਪਵਿੱਤਰ ਆਤਮਾ ਨੇ ਅਗਵਾਈ ਕਰੇ, ਹਰ ਸ਼ਕਤੀ ਤੋਂ, ਸ਼ੈਤਾਨੀ ਸ਼ਕਤੀ ਤੋਂ ਬਚਾ ਕੇ ਰੱਖੇ। ਕਿਉਂਕਿ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ਰ 'ਚ ਵਿਸ਼ਵਾਸ ਨਹੀਂ ਕਰਦੇ, ਉਹ ਲੋਕ ਵਿਸ਼ਵਾਸੀ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ। ਇਸ ਲਈ ਪ੍ਰਭੂ ਦੇ ਅੱਗੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਸਾਰੇ ਸੰਤ ਅਤੇ ਫਰਿਸ਼ਤਿਆਂ ਨੂੰ ਵੀ ਸਿਫਾਰਿਸ਼ ਕਰਦੇ ਹਾਂ ਕਿ ਉਹਨਾਂ ਲਈ ਸਭ ਲਈ ਦੁਆ ਕਰੋ, ਪ੍ਰਾਰਥਨਾ ਕਰੋ। ਜਿਹੜੇ ਪ੍ਰਭੂ ਦਾ ਵਚਨ ਸੁਣਾਉਂਦੇ ਸਮੇਂ ਉਹਨਾਂ 'ਤੇ ਅਤਿਆਚਾਰ ਹੁੰਦੇ ਹਨ, ਉਹਨਾਂ 'ਤੇ ਮੁਸ਼ਕਲਾਂ ਆਉਂਦੀਆਂ ਹਨ, ਕਿ ਪ੍ਰਭੂ ਉਹਨਾਂ ਸਭ ਨੂੰ ਆਪਦੇ ਪਿਤਰ ਆਤਮਾ ਰਾਹੀਂ ਰਖਵਾਲੀ ਕਰੇ। ਆਮੀਨ, ਹਾਲੇਲੂਇਆ। ਸਲਾਮ ਹੈ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਧੰਨ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤਾਂ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ, ਬੇਟਾ ਤੇ ਰੂਪਾ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ। ਆਮੀਨ। ਐ ਮਿਹਨਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਦੀ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਪਏ ਯਿਸੂ ਜੀ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣਦਾ ਪਏ ਯਿਸੂ, ਸਭ ਤੇ ਰਹਿਮ ਕਰਦਾ ਹੈ, ਕਰਨੀ ਕਿਰਪਾ ਕਰਨੀ। ਆਦੇ ਵਚਨ ਸੁਣਦੇ ਸਾਰ ਜੋ ਵੀ ਇਹਨਾਂ ਸਰੀਰ 'ਚ ਦੁੱਖ ਤਕਲੀਫ ਬਿਮਾਰੀ ਹੋ ਪਈ ਜੀ, ਸਭ ਨੂੰ ਤੰਦਰੁਸਤੀ ਚੰਗੇ ਦੇਣੀ ਪਈ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਿਤਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਆਮੀਨ। ਗੋਡ ਬਲੈਸ ਯੂ। ਬਾਪ, ਬੇਟਾ ਤੇ ਰੂਪਾ ਨਾਮ ਤੇ। ਆਮੀਨ।